ਅੱਜ ਰਸ਼ੀਆ ਯੂਕਰੇਨ ਦੇ ਉੱਪਰ ਚੜ੍ਹਾਈ ਕਰ ਚੁੱਕਿਆ ਹੈ। ਇਹ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ, ਪਰ ਯੂਕਰੇਨ ਅਜਿਹੇ ਹਾਲਾਤਾਂ ਦੇ ਵਿੱਚ ਕਿਉਂ ਘਿਰ ਗਿਆ ਇਸ ਬਾਰੇ ਅਸੀਂ ਨਹੀਂ ਜਾਣਦੇ। ਪਰ ਕੀ ਤੁਹਾਨੂੰ ਪਤਾ ਹੈ ਕਿ ਯੂਕਰੇਨ ਦੇ ਵਿੱਚ ਇਹ ਹਾਲਾਤ ਕਿਉਂ ਪੈਦਾ ਹੋਏ? ਆਖਰ ਦੁਨੀਆ ਦੇ ਸਭ ਤੋਂ ਵੱਡੇ ਦੇਸ਼ ਰਸ਼ੀਆ ਨੇ ਇੱਕ ਛੋਟੇ ਜਿਹੇ ਦੇਸ਼ ਯੂਕਰੇਨ ਦੇ ਉੱਪਰ ਕਿਉਂ ਹਮਲਾ ਕਰ ਦਿੱਤਾ? ਕੀ ਤੁਸੀਂ ਇਸ ਦੀ ਅਸਲੀ ਵਜ੍ਹਾ ਜਾਣਦੇ ਹੋ, ਜੋ ਕਿ ਬਹੁਤ ਘੱਟ ਲੋਕ ਜਾਣਦੇ ਨੇ? ਅੱਜ ਅਮਰੀਕਾ ਆਪਣੀ ਜ਼ੁਬਾਨ ਨਹੀਂ ਖੋਲ ਰਿਹਾ, ਉਹ ਚਾਹੁੰਦੇ ਹੋਏ ਵੀ ਕੁਝ ਨਹੀਂ ਬੋਲ ਰਿਹਾ। ਅੱਜ ਰਸ਼ੀਆ ਦੇ ਦਿਮਾਗ ਦੇ ਵਿੱਚ ਬਹੁਤ ਸਾਰੇ ਖਤਰਨਾਕ ਇਰਾਦੇ ਚੱਲ ਰਹੇ ਨੇ ਤੇ ਅੱਜ ਨਾਟੋ ਵੀ ਕਿਉਂ ਕੁਝ ਨਹੀਂ ਕਰ ਰਿਹਾ। ਇਹ ਸਭ ਚੀਜ਼ਾਂ ਦੇ ਕਾਰਨ ਇਤਿਹਾਸ ਦੇ ਪੰਨਿਆਂ ਦੇ ਵਿੱਚ ਲੁਕੇ ਹੋਏ ਨੇ। ਸੋ ਅੱਜ ਅਸੀਂ ਇਹਨਾਂ ਹੀ ਪੰਨਿਆਂ ਤੋਂ ਪਰਦਾ ਉਠਾਵਾਂਗੇ। ਸੋ ਜੁੜੇ ਰਹੋ ਮੇਰੇ ਨਾਲ। ਮੈਂ ਤੁਹਾਡਾ ਹੋst ਜਸਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਜੋਟ ਟੀਵੀ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਯੂਕਰੇਨ ਦੇ ਜੋ ਅੱਜ ਦੇ ਹਾਲਾਤ ਨੇ ਉਹਨਾਂ ਦੀ ਜੜ ਕੀ ਹੈ। ਜੇਕਰ ਹੁਣ ਅਸੀਂ ਇਤਿਹਾਸ ਨੂੰ ਯਾਦ ਕਰੀਏ ਤਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਦੋਂ ਜਰਮਨੀ ਪੂਰੀ ਤਰ੍ਹਾਂ ਨਾਲ ਹਾਰ ਗਿਆ ਸੀ ਤੇ ਦੂਜੀ ਵਰਲਡ ਵਾਰ ਤੋਂ ਬਾਅਦ ਜਰਮਨੀ ਦੇ ਦੋ ਟੁਕੜੇ ਹੋ ਗਏ ਸਨ। ਇੱਕ ਸੀ ਈਸਟ ਜਰਮਨੀ ਅਤੇ ਦੂਸਰਾ ਸੀ ਵੈਸਟ ਜਰਮਨੀ। ਈਸਟ ਜਰਮਨੀ ਦੇ ਉੱਪਰ ਰਾਜ ਸੀ ਰਸ਼ੀਆ ਦਾ ਤੇ ਵੈਸਟ ਜਰਮਨੀ ਦੇ ਉੱਪਰ ਰਾਜ ਸੀ ਅਮਰੀਕਾ ਦਾ। ਇਸ ਲਈ ਅੱਜ ਵੀ ਈਸਟ ਜਰਮਨ ਦੇ ਲੋਕਾਂ ਦਾ ਝੁਕਾਅ ਰਸ਼ੀਆ ਵੱਲ ਹੈ ਤੇ ਵੈਸਟ ਜਰਮਨ ਦੇ ਲੋਕਾਂ ਦਾ ਝੁਕਾਅ ਅਮਰੀਕਾ ਵੱਲ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਦੋਂ ਜਰਮਨੀ ਦੇ ਦੋ ਟੁਕੜੇ ਹੋਏ ਸਨ, ਇਹ ਦੋਨੇ ਟੁਕੜੇ ਹੀ ਅਮਰੀਕਾ ਤੇ ਰਸ਼ੀਆ ਦੇ ਵਿੱਚ ਵੰਡੇ ਗਏ ਸਨ। ਇਹਨਾਂ ਸਭ ਦੇ ਵਿਚਕਾਰ ਅਮਰੀਕਾ ਤੇ ਰਸ਼ੀਆ ਦੇ ਵਿੱਚ ਉਸ ਟਾਈਮ ਕੋਲਡ ਵਾਰ ਚੱਲ ਰਹੀ ਸੀ। ਉਸ ਟਾਈਮ ਦੁਨੀਆ ਤਿੰਨ ਗੁੱਟਾਂ ਦੇ ਵਿੱਚ ਵੰਡੀ ਗਈ ਸੀ: ਫਸਟ ਵਰਲਡ ਨੇਸ਼ਨ, ਸੈਕੰਡ ਵਰਲਡ ਨੇਸ਼ਨ ਅਤੇ ਥਰਡ ਵਰਲਡ ਨੇਸ਼ਨ। ਫਸਟ ਵਰਲਡ ਨੇਸ਼ਨ, ਸੈਕੰਡ ਵਰਲਡ ਨੇਸ਼ਨ ਅਤੇ ਥਰਡ ਵਰਲਡ ਨੇਸ਼ਨ, ਇਹਨਾਂ ਦੇ ਵਿੱਚ ਕੋਈ ਵਿਕਾਸ ਦਾ ਮਾਪਦੰਡ ਨਹੀਂ ਸੀ। ਫਸਟ ਵਰਲਡ ਨੇਸ਼ਨ ਉਹਨਾਂ ਨੂੰ ਕਿਹਾ ਗਿਆ ਜਿਹੜੇ ਦੇਸ਼ ਅਮਰੀਕਾ ਦੇ ਮਿੱਤਰ ਸਨ ਜਾਂ ਅਮਰੀਕਾ ਦੇ ਪੱਖ ਵਿੱਚ ਸਨ। ਸੈਕੰਡ ਵਰਲਡ ਨੇਸ਼ਨ ਉਹਨਾਂ ਦੇਸ਼ਾਂ ਨੂੰ ਕਿਹਾ ਗਿਆ ਜਿਹੜੇ ਰਸ਼ੀਆ ਤੇ ਉਹਨਾਂ ਦੇ ਦੇਸ਼ਾਂ ਦੇ ਪੱਖ ਵਿੱਚ ਸਨ। ਥਰਡ ਵਰਲਡ ਨੇਸ਼ਨ ਦੇਸ਼ ਉਹ ਸਨ ਜਿਹੜੇ ਇਹਨਾਂ ਦੋਨੇ ਗੁੱਟਾਂ ਦੇ ਹੀ ਪੱਖ ਵਿੱਚ ਨਹੀਂ ਸਨ। ਜਾਣੀ ਕਿ ਥਰਡ ਵਰਲਡ ਨੇਸ਼ਨ ਵਾਲੇ ਦੇਸ਼ ਅਮਰੀਕਾ ਤੇ ਰਸ਼ੀਆ ਇਹਨਾਂ ਦੋਨਾਂ ਦੇ ਪੱਖ ਵਿੱਚ ਹੀ ਨਹੀਂ ਸਨ। ਇਹ ਦੇਸ਼ ਆਪਣੀ ਨਿੱਜੀ ਰਾਏ ਰੱਖਦੇ ਸਨ। ਅਜਿਹੇ ਦੇਸ਼ਾਂ ਦੇ ਵਿੱਚ ਸਨ ਇੰਡੀਆ, ਸਾਊਥ ਈਸਟਰਨ ਦੇਸ਼, ਲੈਟਿਨ ਅਮਰੀਕਾ ਅਤੇ ਅਫਰੀਕਾ ਦੇ ਦੇਸ਼। ਅੱਜ ਦੇ ਦਿਨ ਵਿੱਚ ਜੇਕਰ ਗੱਲ ਕਰੀਏ ਤਾਂ ਫਸਟ ਵਰਲਡ ਵਾਲੇ ਦੇਸ਼ ਜਿਵੇਂ ਕਿ ਅਮਰੀਕਾ ਤੇ ਉਸਦੇ ਮਿੱਤਰ ਦੇਸ਼ਾਂ ਨੇ ਇੱਕ ਗਰੁੱਪ ਬਣਾਇਆ ਹੋਇਆ ਹੈ ਜਿਸ ਨੂੰ ਕਿ ਨਾਟੋ ਕਿਹਾ ਜਾਂਦਾ ਹੈ। ਇਸ ਨੂੰ ਕਹਿੰਦੇ ਹਨ ਨਾਰਥ ਐਟਲਾਂਟਿਕ ਟੈਰੀਟਰੀ ਆਰਗੇਨਾਈਜੇਸ਼ਨ। ਇਹ ਗਰੁੱਪ ਉਹਨਾਂ ਨੂੰ ਬਣਾਉਣਾ ਇਸ ਲਈ ਜ਼ਰੂਰੀ ਲੱਗਿਆ ਕਿਉਂਕਿ ਇਹ ਸਾਰੇ ਦੇਸ਼ ਮਿਲ ਕੇ, ਭਾਵ ਕਿ ਨਾਟੋ ਦੇ ਸਾਰੇ ਦੇਸ਼ਾਂ ਦੀ ਸੈਨਾ ਆਪਸ ਵਿੱਚ ਮਿਲ ਕੇ ਨਾਟੋ ਦੇ ਹੱਕਾਂ ਦੇ ਲਈ ਕਿਸੇ ਵੀ ਦੂਜੇ ਦੇਸ਼ ਨਾਲ ਲੜ ਸਕੇ। ਸਿੱਧੇ ਤੌਰ ਦੇ ਵਿੱਚ ਕਹੀਏ ਰਸ਼ੀਆ ਜਾਂ ਚੀਨ ਦੇ ਵਿਰੁੱਧ ਲੜ ਸਕੇ। ਅਮਰੀਕਾ ਨਾਟੋ ਦੇ ਦੇਸ਼ਾਂ ਦਾ ਲਗਾਤਾਰ ਵਿਸਥਾਰ ਕਰ ਰਿਹਾ ਸੀ, ਭਾਵ ਕਿ ਉਹ ਇੱਕ ਇੱਕ ਕਰਕੇ ਕਈ ਦੇਸ਼ਾਂ ਨੂੰ ਨਾਟੋ ਦੇ ਵਿੱਚ ਸ਼ਾਮਲ ਕਰ ਰਿਹਾ ਸੀ ਤਾਂ ਕਿ ਜੇਕਰ ਕਦੇ ਤੀਜਾ ਵਿਸ਼ਵ ਯੁੱਧ ਹੋਵੇ ਤਾਂ ਉਹ ਪੂਰੀ ਤਾਕਤ ਦੇ ਨਾਲ ਸੈਕੰਡ ਵਰਲਡ ਦੇ ਨਾਲ ਲੜ ਸਕੇ। ਇਸ ਲਈ ਰਸ਼ੀਆ ਨਹੀਂ ਚਾਹੁੰਦਾ ਸੀ ਕਿ ਨਾਟੋ ਦਾ ਹੋਰ ਜ਼ਿਆਦਾ ਵਿਸਥਾਰ ਹੋਵੇ ਤੇ ਇਸ ਦੇ ਨਾਲ ਹੋਰ ਦੇਸ਼ ਜੁੜਨ। ਇਸ ਲਈ ਇਹ ਦੋਨੇ ਦੇਸ਼ ਅਮਰੀਕਾ ਤੇ ਰਸ਼ੀਆ ਦੇ ਵਿੱਚ ਇੱਕ ਸੀਕ੍ਰੀਟ ਮੀਟਿੰਗ ਹੁੰਦੀ ਹੈ ਤਾਂ ਕਿ ਇਹ ਦੋਨੇ ਦੇਸ਼ ਆਪਣੀਆਂ ਸਮੱਸਿਆ ਦਾ ਹੱਲ ਲੱਭ ਸਕਣ, ਕਿਉਂਕਿ ਉਸ ਸਮੇਂ ਕੋਈ ਵੀ ਦੇਸ਼ ਤੀਜੇ ਵਿਸ਼ਵ ਯੁੱਧ ਲਈ ਤਿਆਰ ਨਹੀਂ ਸੀ। ਇਹ ਮੀਟਿੰਗ ਹੋਈ ਸੀ ਉਸ ਸਮੇਂ ਦੇ ਅਮਰੀਕਾ ਦੇ ਡਿਫੈਂਸ ਸੈਕਟਰੀ ਆਫ ਚੀਫ ਜੇਮਸ ਵੇਕਰ ਤੇ ਉਸ ਸਮੇਂ ਦੇ ਯੂਐਸਐਸਆਰ ਦੇ ਚੀਫ ਮਿਖੇਲ ਗਾਰਵੇਚਰ ਦੇ ਵਿਚਕਾਰ। ਇਸ ਮੀਟਿੰਗ ਦੇ ਵਿੱਚ ਤੈਅ ਕੀਤਾ ਗਿਆ ਕਿ ਰਸ਼ੀਆ ਈਸਟ ਜਰਮਨੀ ਨੂੰ ਵੈਸਟ ਜਰਮਨੀ ਦੇ ਲਈ ਖੋਲਣ ਦਾ ਆਦੇਸ਼ ਦੇਵੇ। ਇਸ ਦੇ ਬਦਲੇ ਵਿੱਚ ਅਮਰੀਕਾ ਜਿਹੜੇ ਵੀ ਯੂਰਪ ਦੇ ਵਿੱਚ ਦੇਸ਼ ਬਚੇ ਨੇ ਉਹਨਾਂ ਨੂੰ ਨਾਟੋ ਦਾ ਮੈਂਬਰ ਨਹੀਂ ਬਣਾਏਗਾ। ਮਤਲਬ ਕਿ ਨਾਟੋ ਦਾ ਵਿਸਥਾਰ ਜਿੰਨਾ ਹੈ ਉੱਥੇ ਹੀ ਰੁਕ ਜਾਵੇਗਾ। ਕਿਹਾ ਜਾਂਦਾ ਹੈ ਕਿ ਇਹ ਇੱਕ ਸੀਕ੍ਰੀਟ ਮੀਟਿੰਗ ਸੀ ਜਿਸ ਨੂੰ ਅੱਜ ਤੱਕ ਵੈਸਟਰਨ ਮੀਡੀਆ ਹਮੇਸ਼ਾ ਨਕਾਰਦਾ ਆਇਆ ਹੈ ਕਿ ਅਜਿਹੀ ਕੋਈ ਮੀਟਿੰਗ ਹੋਈ ਹੀ ਨਹੀਂ। ਰਸ਼ੀਆ ਤੇ ਚੀਨੀ ਮੀਡੀਆ ਅੱਜ ਵੀ ਇਹ ਕਹਿੰਦੇ ਨੇ ਕਿ ਉਹਨਾਂ ਦੇ ਕੋਲ ਇਸ ਮੀਟਿੰਗ ਦੇ ਸਬੂਤ ਨੇ। ਇਹ ਗੱਲ ਇੱਥੇ ਵਿਸ਼ਵਾਸ ਕਰਨ ਲੈ ਕੇ ਇਸ ਲਈ ਬਣ ਜਾਂਦੀ ਹੈ ਜਦੋਂ 12 ਦਸੰਬਰ 2017 ਨੂੰ ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਨੇ ਨੈਸ਼ਨਲ ਡਿਫੈਂਸ ਆਰਏਕੇ ਦੇ ਕੁਝ ਦਸਤਾਵੇਜ਼ਾਂ ਦੀ ਛਾਣਬੀਣ ਕੀਤੀ। ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਮੀਟਿੰਗ ਹੋਈ ਸੀ। ਉਸ ਸਮੇਂ ਮੀਟਿੰਗ ਤੋਂ ਬਾਅਦ ਇਹ ਹੁੰਦਾ ਹੈ ਕਿ ਦੋਨੇ ਜਰਮਨੀ ਦੇ ਵਿਚਕਾਰ ਬਰਲਿਨ ਦੀ ਜੋ ਦੀਵਾਰ ਸੀ ਉਸ ਨੂੰ ਤੋੜ ਦਿੱਤਾ ਜਾਂਦਾ ਹੈ ਤੇ ਜਰਮਨੀ ਦੇ ਦੋਨੇ ਟੁਕੜੇ ਇੱਕ ਕਰ ਦਿੱਤੇ ਜਾਂਦੇ ਨੇ। ਤੇ ਇਸ ਦਾ ਵਿਰੋਧ ਕਰਨ ਲਈ ਉਸ ਸਮੇਂ ਰਸ਼ੀਆ ਨੇ ਸੈਨਾ ਤੱਕ ਨਹੀਂ ਭੇਜੀ। ਉਹ ਇਸ ਲਈ ਕਿਉਂਕਿ ਰਸ਼ੀਆ ਨੂੰ ਅਮਰੀਕਾ ਵੱਲੋਂ ਨਾਟੋ ਦਾ ਹੋਰ ਵਿਸਥਾਰ ਨਾ ਕਰਨ ਦਾ ਭਰੋਸਾ ਮਿਲ ਗਿਆ ਸੀ। ਇਸ ਕਰਕੇ ਹੀ ਤੀਜੇ ਵਿਸ਼ਵ ਯੁੱਧ ਦਾ ਖਤਰਾ ਉਦੋਂ ਟਲ ਗਿਆ ਸੀ। ਹੁਣ ਇਸ ਗੱਲ ਨੂੰ ਤੁਸੀਂ ਪੂਰੀ ਚੰਗੀ ਤਰ੍ਹਾਂ ਦੇ ਨਾਲ ਸਮਝੋ। ਰਸ਼ੀਆ ਤੇ ਅਮਰੀਕਾ ਸੈਕੰਡ ਵਰਲਡ ਵਾਰ ਤੋਂ ਬਾਅਦ ਇੱਕ ਗੱਲ ਦੇ ਉੱਪਰ ਸਹਿਮਤ ਹੁੰਦੇ ਨੇ ਤੇ ਦੋਨਾਂ ਵੱਲੋਂ ਇੱਕ ਦੂਜੇ ਨੂੰ ਜ਼ੁਬਾਨ ਦਿੱਤੀ ਗਈ ਤੇ ਜਦੋਂ ਇਹ ਜ਼ੁਬਾਨ ਟੁੱਟਦੀ ਹੈ ਤਾਂ ਇਹ ਸਾਰੇ ਵਿਵਾਦਾਂ ਦੀ ਜੜ ਬਣਦੀ ਹੈ ਜੋ ਅਸੀਂ ਅੱਜ ਦੇਖ ਰਹੇ ਹਾਂ। ਇਸ ਨੂੰ ਸਮਝਣ ਦੇ ਲਈ ਤੁਸੀਂ ਇਸ ਮੈਪ ਨੂੰ ਦੇਖੋ। ਇਹ 1991 ਦਾ ਨਾਟੋ ਦਾ ਮੈਪ ਹੈ। ਇਸ ਦੇ ਵਿੱਚ ਜਿਹੜੀਆਂ ਬਲੂ ਕੰਟਰੀਆਂ ਤੁਹਾਨੂੰ ਦਿਸ ਰਹੀਆਂ ਨੇ ਇਹ ਯੂਰਪ ਦੇ ਉਹ ਦੇਸ਼ ਨੇ ਜਿਹੜੇ ਨਾਟੋ ਦੇ ਮੈਂਬਰ ਨੇ। ਇਹ 2008 ਦਾ ਨਾਟੋ ਦਾ ਮੈਪ ਹੈ। ਇਸ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨੀਆਂ ਨਵੀਆਂ ਕੰਟਰੀਆਂ ਨਾਟੋ ਦੀਆਂ ਮੈਂਬਰ ਬਣ ਗਈਆਂ ਨੇ। ਹੁਣ ਇਹ ਹੋਇਆ ਇਸ ਤਰ੍ਹਾਂ ਜਦੋਂ ਯੂਐਸਐਸਆਰ ਟੁੱਟਿਆ ਤਾਂ ਅਮਰੀਕਾ ਨੇ ਫਿਰ ਤੋਂ ਨਾਟੋ ਦਾ ਵਿਸਥਾਰ ਕਰਨਾ ਸ਼ੁਰੂ ਕਰ ਦਿੱਤਾ, ਜਾਂ ਕਹੀਏ ਤਾਂ ਅਮਰੀਕਾ ਆਪਣੀ ਜ਼ੁਬਾਨ ਤੋਂ ਫਿਰ ਗਿਆ। ਇਸ ਕਰਕੇ ਰਸ਼ੀਆ ਦਾ ਰਾਸ਼ਟਰਪਤੀ ਪੁਤਿਨ ਉਹਨਾਂ ਦੇਸ਼ਾਂ ਦੇ ਨਾਲ ਯੁੱਧ ਕਰਦਾ ਹੈ ਜਿਨ੍ਹਾਂ ਨੂੰ ਅਮਰੀਕਾ ਨਾਟੋ ਦਾ ਮੈਂਬਰ ਬਣਾਉਣਾ ਚਾਹੁੰਦਾ ਹੈ। ਇਹਨਾਂ ਕਾਰਨਾਂ ਕਰਕੇ ਸਨ 2008 ਦੇ ਵਿੱਚ ਰਸ਼ੀਆ ਤੇ ਜਾਰਜੀਆ ਦੇ ਵਿੱਚ ਯੁੱਧ ਹੋਇਆ ਸੀ ਕਿਉਂਕਿ ਅਮਰੀਕਾ ਜਾਰਜੀਆ ਨੂੰ ਵੀ ਨਾਟੋ ਦਾ ਹਿੱਸਾ ਬਣਾਉਣਾ ਚਾਹੁੰਦਾ ਸੀ ਤੇ ਹੁਣ ਅਮਰੀਕਾ ਯੂਕਰੇਨ ਨੂੰ ਵੀ ਨਾਟੋ ਦਾ ਮੈਂਬਰ ਬਣਾਉਣਾ ਚਾਹੁੰਦਾ ਹੈ ਜੋ ਕਿ ਰਸ਼ੀਆ ਤੋਂ ਅਲੱਗ ਹੋਇਆ ਹੀ ਇੱਕ ਦੇਸ਼ ਹੈ। ਯੂਕਰੇਨ ਅਤੇ ਰਸ਼ੀਆ ਦੇ ਵਿਚਕਾਰ ਕਈ ਲੈਂਡ ਜਾਂ
ਕਹੀਏ ਆਪਾਂ ਜ਼ਮੀਨਾਂ ਅਜਿਹੀਆਂ ਨੇ ਜਿਨ੍ਹਾਂ ਦੇ ਉੱਪਰ ਇਹ ਦੋਨੇ ਦੇਸ਼ ਆਪਣਾ ਆਪਣਾ ਦਾਅਵਾ ਕਰਦੇ ਨੇ ਤੇ ਹੁਣ ਯੂਕਰੇਨ ਨਾਟੋ ਦਾ ਮੈਂਬਰ ਨਾ ਬਣ ਜਾਵੇ ਤੇ ਅਮਰੀਕਾ ਨਾਟੋ ਦਾ ਵਿਸਥਾਰ ਨਾ ਕਰੇ। ਇਸ ਲਈ ਰਸ਼ੀਆ ਅੱਜ ਨਾਟੋ ਦੇ ਸਾਹਮਣੇ ਲੜਨ ਲਈ ਤਿਆਰ ਖੜਾ ਹੈ। ਹੁਣ ਰਸ਼ੀਆ ਨਹੀਂ ਚਾਹੁੰਦਾ ਕਿ ਨਾਟੋ ਕੰਟਰੀਆਂ ਦਾ ਬਾਰਡਰ ਉਸਦੇ ਦੇਸ਼ ਦੇ ਨਾਲ ਲੱਗੇ ਤੇ ਰਸ਼ੀਆ ਬਾਰ-ਬਾਰ ਹੁਣ ਇਹ ਗੱਲ ਕਹਿ ਰਿਹਾ ਹੈ ਕਿ ਉਹ ਆਪਣੇ ਦੇਸ਼ ਨੂੰ ਬਚਾਉਣ ਦੇ ਲਈ ਕਦਮ ਚੁੱਕ ਰਿਹਾ ਹੈ। ਇਹ ਸਾਰੀ ਲੜਾਈ ਅਤੇ ਫਸਾਦ ਦੀ ਜੜ ਅਸਲ ਦੇ ਵਿੱਚ ਇਹੀ ਹੈ। ਤੇ ਤੁਹਾਨੂੰ ਇਹ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ। ਸਾਡੇ ਫੇਸਬੁੱਕ ਪੇਜ ਜੋ ਟੀਵੀ ਨੂੰ ਜਰੂਰ ਫੋਲੋ ਕਰਨਾ। ਧੰਨਵਾਦ।